ਅੱਜ ਦੀ ਵੀਡੀਓ ਜਿਹੜੀ ਇਹਨਾਂ ਬੰਦਿਆਂ ਦੀ ਨਜ਼ਰ ਹੈ ਜਿਹੜੇ ਘਰ ਦੇ ਵਿੱਚ ਕਮਾਊ ਹੁੰਦੇ ਨੇ, ਕੋਈ ਬਾਹਰ ਗਿਆ, ਕੋਈ ਇੱਥੇ ਕਿਸੇ ਦਾ ਕਾਰੋਬਾਰ ਸੈੱਟ ਹੈ, ਛੋਟਾ ਭਰਾ ਜਾਂ ਵੱਡਾ ਭਰਾ ਜਾਂ ਕੋਈ ਵੀ ਘਰ ਦਾ ਸਰਬਰਾਹ ਜਿਹੜਾ ਨਾ, ਜਿਹੜਾ ਸਮਝਦਾ ਵੀ ਮੇਰੇ ਤੋਂ ਬਗੈਰ ਨਿਜ਼ਾਮ ਨਹੀਂ ਚੱਲਦਾ। ਮੈਂ ਵੀਡੀਓ ਉਹਨਾਂ ਦੀ ਨਜ਼ਰ ਕਰਨਾ ਚਾਹਨਾ। ਗੱਲ ਬੜੀ ਕੀਮਤੀ ਹੈ, ਸੁਣਨ ਵਾਲੀ ਹੈ। ਬੰਦਾ ਸੀ ਕੋਈ ਤੇ ਉਹ ਘਰ ਦਾ ਨਾ ਨਿਜ਼ਾਮ ਚਲਾਉਂਦਾ ਸੀ, ਸਾਰੇ ਅਖਰਾਜਾਤ ਜ਼ਾਹਰੀ ਗੱਲ ਦੀ ਕਫਾਲਤ ਉਹੀ ਕਰਦਾ ਸੀ, ਬੱਚੇ ਬੁੱਚੇ ਹਨ ਸਾਰੇ ਆਪਣੇ ਪਾਲਦਾ ਪੁੱਲਦਾ ਸੀ। ਉਹਦੇ ਨਾਲ ਦਿਮਾਗ 'ਚ ਇਹ ਗੱਲ ਸੀ ਵੀ ਮੇਰੇ ਤੋਂ ਬਗੈਰ ਘਰ ਦਾ ਨਿਜ਼ਾਮ ਨਹੀਂ ਚੱਲਦਾ। ਉਹਨੇ ਇੱਕ ਦੁਕਾਨ ਜੀ ਬਣਾਈ ਸੀ ਛੋਟੀ ਜੀ, ਉਹਦੇ 'ਚ ਕੋਈ ਮਾੜੀ ਚੰਗੀ ਆਮਦਨੀ ਉਹਦੀ ਹੈ ਸੀ, ਉਹਦੇ ਨਾਲ ਹੀ ਉਹਨੇ ਘਰ ਦਾ ਸਾਰਾ ਸਰਕਟ ਚਲਾਣਾ। ਬੱਚਿਆਂ ਦੀਆਂ ਫੀਸਾਂ ਫੂਸਾਂ ਵੀ ਉਹਨੇ ਹੀ ਦੇਣੀਆਂ, ਖਾਣ ਪੀਣ ਵਾਸਤੇ ਰਾਸ਼ਨ ਵੀ ਉਹਨੇ ਹੀ ਲਿਆਉਣਾ। ਤੇ ਉਹਨੂੰ ਨਾ ਇਸ ਗੱਲ ਦਾ ਗੁਮਾਨ ਸੀ, ਵਹਿਮ ਬੜਾ ਸੀ, ਇਸ ਗੱਲ ਦਾ ਮਾਣ ਬੜਾ ਸੀ ਕਿ ਮੇਰੇ ਤੋਂ ਬਗੈਰ ਘਰ ਦਾ ਨਿਜ਼ਾਮ ਨਹੀਂ ਚੱਲਦਾ। ਇੱਕ ਦਿਨ ਉਹ ਕਿਸੇ ਬਜ਼ੁਰਗ ਦੇ ਕੋਲ ਬੈਠਾ ਤੇ ਉਹ ਬਜ਼ੁਰਗ ਦੀ ਮਹਿਫਿਲ 'ਚ ਜਾ ਕੇ ਆਂਦਾ ਵੀ ਮੈਂ ਘਰ ਦਾ ਇਕੱਲਾ ਹੀ ਕਫਾਲਤ ਕਰਨ ਵਾਲਾ ਬੰਦਾ ਵਾ, ਕਫੀਲ ਆ, ਖੁਦ ਕਫੀਲ ਆ ਮੈਂ, ਮੇਰੇ ਤੋਂ ਬਗੈਰ ਨਾ ਘਰ ਦਾ ਨਿਜ਼ਾਮ ਨਹੀਂ ਚੱਲਦਾ। ਅਗਰ ਮੈਂ ਨਾ ਘਰ 'ਚੋਂ ਵਾਂ ਤੇ ਬੱਚੇ ਮੇਰੇ ਭੁੱਖੇ ਮਰ ਜਾਣ। ਉਸ ਬਜ਼ੁਰਗ ਨੇ ਨਾ ਬੜੀ ਵਧੀਆ ਉਹਦੇ ਨਾਲ ਗੱਲ ਕੀਤੀ। ਉਹਨੇ ਆਖਿਆ ਗੱਲ ਇਹ ਵੇ ਕਿ ਦੁਨੀਆ ਦਾ ਨਿਜ਼ਾਮ ਚਲਾਉਣ ਵਾਲਾ ਨਾ ਉਹ ਮਾਲਕ ਹੈ ਜਿਹਨੇ ਦੁਨੀਆ ਬਣਾਈ ਏ, ਨਾ ਤੂੰ ਹੈ ਨਾ ਮੈਂ ਵਾ ਨਾ ਕੋਈ ਹੋਰ ਏ। ਅੱਜ ਤੇਰੀ ਡਿਊਟੀ ਹੈ ਤੇ ਕੱਲ ਨੂੰ ਕਿਸੇ ਹੋਰ ਦੀ ਹੋ ਜਾਏਗੀ। ਸੋ ਇਹ ਦਿਮਾਗ 'ਚੋਂ ਗੱਲ ਕੱਢ ਛੱਡ ਵੀ ਤੇਰੇ ਤੋਂ ਬਗੈਰ ਘਰ ਦਾ ਨਿਜ਼ਾਮ ਨਹੀਂ ਚੱਲਦਾ। ਅੱਲਾ ਨੇ ਤੈਨੂੰ ਵਸੀਲਾ ਬਣਾਇਆ, ਸ਼ੁਕਰ ਅਦਾ ਕਰ ਉਸ ਮਾਲਕ ਦਾ। ਉਹਨੇ ਆਖਿਆ ਗੱਲ ਸਾਬਤ ਕਰਕੇ ਦਿਓ। ਮੈਂ ਨਹੀਂ ਮੰਨਦਾ, ਮੇਰੇ ਤੋਂ ਬਗੈਰ ਤੇ ਘਰ ਦਾ ਨਿਜ਼ਾਮ ਹੀ ਨਹੀਂ ਚੱਲਣਾ। ਮੇਰੇ ਬੱਚੇ ਨੇ ਉਹ ਕਮਾਉਂਦੇ ਨਹੀਂ, ਹਾਲੇ ਮੈਂ ਹੀ ਆ ਘਰ ਦਾ ਨਿਜ਼ਾਮ ਚਲਾਉਂਦਾ। ਅਗਰ ਮੈਂ ਘਰ ਕੁਝ ਨਾ ਦਿਆਂ ਤੇ ਘਰ ਦਾ ਤੇ ਸਰਕਟ ਹੀ ਬੰਦ ਹੋ ਜਾਂਦਾ ਸਾਰਾ। ਚਲੋ ਉਹਨੇ ਆਖਿਆ ਮੈਨੂੰ ਸਾਬਤ ਕਰਾ। ਉਸ ਬਜ਼ੁਰਗ ਆਖਿਆ ਵੀ ਤੂੰ ਘਰੋਂ ਨਾ 1 ਮਹੀਨੇ ਵਾਸਤੇ ਟੁਰ ਜਾ, ਮੈਂ ਤੈਨੂੰ ਸਾਬਤ ਕਰਾ ਦੇਣਾ। ਉਹਨੇ ਕਿਹਾ ਠੀਕ ਹੈ ਜੀ। ਉਸ ਬਜ਼ੁਰਗ ਨੇ ਕੀ ਕੀਤਾ ਕਿ ਸਾਰੇ ਪਿੰਡ ਦੇ ਵਿੱਚ ਰੌਲਾ ਪਾ ਦਿੱਤਾ। ਉਹਨੇ ਆਖਿਆ ਭਈ ਗੱਲ ਇਹ ਵੇ ਕਿ ਉਸ ਬੰਦੇ ਨੂੰ ਨਾ ਜੰਗਲ ਦਾ ਸ਼ੇਰ ਖਾ ਗਿਆ ਤੇ ਮੈਂ ਉਹਨੂੰ ਆਪ ਵੇਖਿਆ। ਉਹ ਸਾਰੇ ਪਿੰਡ ਦਿਆਂ ਨੂੰ ਯਕੀਨ ਹੋ ਗਿਆ, ਉਹਦੇ ਘਰਦਿਆਂ ਨੂੰ ਵੀ ਯਕੀਨ ਹੋ ਗਿਆ। ਪਹਿਲੇ ਤੇ ਕੋਈ 2-4 ਦਿਨ 5 ਦਿਨ ਉਹਨਾਂ ਦੇ ਘਰ ਦੇ ਹਾਲਾਤ ਬੜੇ ਤੰਗ ਹੋਏ, ਬੜੇ ਖਰਾਬ ਹੋ ਗਏ ਹਾਲਾਤ। ਤੋ ਜਦੋਂ ਉਹਦੇ ਘਰ ਦੇ ਹਾਲਾਤ ਵੇਖੇ ਨਾ ਸਾਰੇ ਪਿੰਡ ਵਾਲਿਆਂ, ਤੋ ਪਿੰਡ ਦਾ ਇੱਕ ਜ਼ਿਮੀਂਦਾਰ ਸੀ ਤੇ ਬੜਾ ਚੰਗਾ ਬੰਦਾ ਸੀ, ਜਾਗੀਰਦਾਰ ਬੰਦਾ ਸੀ। ਉਹਨੇ ਉਹਦੇ ਵੱਡੇ ਪੁੱਤਰ ਨੂੰ ਆਪਣੇ ਕੋਲ ਮੁਲਾਜ਼ਮਤ ਰੱਖ ਲਿਆ। ਉਹਦੀ ਇਨਕਮ ਆਉਣਾ ਸ਼ੁਰੂ ਹੋ ਗਈ। ਸਾਰੇ ਪਿੰਡ ਦੇ ਰਲ ਕੇ ਉਹਦੀ ਇੱਕ ਧੀ ਸੀ ਜਵਾਨ, ਉਹਨਾਂ ਉਹਦਾ ਵੀ ਵਿਆਹ ਕਰ ਛੜਿਆ। ਫਿਰ ਇਹਦਾ ਪਿਓ ਮਰ ਗਿਆ, ਦੁਨੀਆ ਤੋਂ ਟੁਰ ਗਿਆ ਤੇ ਇਹਦਾ ਵੀ ਫਰਜ਼ ਅਦਾ ਕਰ ਛੜੀ। ਉਹਦਾ ਜਿਹੜਾ ਛੋਟਾ ਪੁੱਤਰ ਸੀ ਨਾ, ਇੱਕ ਬੰਦੇ ਨੇ ਪਿੰਡ ਦੇ ਵਿੱਚ, ਉਹ ਵੀ ਖੁਦਾ ਤਰਸ ਬੰਦਾ ਸੀ, ਉਹਨੇ ਉਹਦੇ ਪੜ੍ਹਾਈ ਦਾ ਖਰਚਾ ਚੁੱਕ ਲਿਆ, ਉਹਨੂੰ ਪੜ੍ਹਾਉਣ ਲੱਗ ਪਿਆ। ਚਲੋ ਜਦੋਂ ਮਹੀਨਾ ਕੋ ਲੰਘਿਆ ਨਾ ਤੇ ਉਸ ਬੰਦੇ ਨੇ ਨੇਰੇ ਪਾ ਆਇਆ ਆ ਕੇ ਤੇ ਆਪਣੇ ਘਰ ਦਾ ਦਰਵਾਜ਼ਾ ਖਟਖਟਾਇਆ ਨਾ, ਤੇ ਜਦੋਂ ਉਹਦੀ ਘਰ ਦੀ ਵੇਖਿਆ ਨਾ ਤੇ ਉਹਨੇ ਸਮਝਿਆ ਵੀ ਇਹ ਤੇ ਕੋਈ ਜਿੰਨ ਭੂਤ ਹੈ। ਉਹ ਤੇ ਮਰ ਗਿਆ, ਉਹਨੂੰ ਤੇ ਸ਼ੇਰ ਖਾ ਗਿਆ ਤੇ ਉਹਦੀ ਰੂਹ ਲੱਗੀ ਫਿਰਦੀ ਏ। ਉਹ ਡਰ ਗਈ। ਉਹਨੇ ਆਪਣੀ ਸਾਰੀ ਰਾਮ ਬੀਤੀ, ਆਪਣਾ ਰਾਮ ਕਹਾਣੀ ਉਹਨੂੰ ਸੁਣਾਈ। ਉਹਨੇ ਆਖਿਆ ਮੈਂ ਤੇ ਅੰਜਾਂ 1 ਮਹੀਨੇ ਵਾਸਤੇ ਇਸ ਮਕਸਦ ਵਾਸਤੇ ਗਿਆ ਸਾਂ। ਉਹਨੇ ਕਿਹਾ ਬਿਲਕੁਲ ਟੁਰ ਜਾ ਸਾਡੇ ਘਰ ਨਾਲ ਹੀ। ਜਿੱਦਣ ਦਾ ਤੂੰ ਗਿਆ ਤੇਰੇ ਨਾਲੋਂ ਚੰਗਾ ਸਾਡੇ ਘਰ ਦਾ ਗੁਜ਼ਾਰਾ ਪਿਆ ਹੁੰਦਾ। ਜਿਵੇਂ ਤੂੰ ਸਾਡਾ ਨਿਜ਼ਾਮ ਚਲਾਉਂਦਾ ਨਾ, ਤੇ ਅੱਲਾ ਨੇ ਤੈਨੂੰ ਵਸੀਲਾ ਬਣਾਇਆ ਸੀ, ਅੱਲਾ ਨੇ ਸਾਡਾ ਵਸੀਲਾ ਹੋਰ ਬਣਾ ਦਿੱਤਾ ਤੇ ਤੇਰੇ ਨਾਲੋਂ ਚੰਗਾ ਸਾਨੂੰ ਰਿਜ਼ਕ ਦਿੰਦਾ ਪਿਆ, ਚੰਗੀਆਂ ਸਾਨੂੰ ਸਹੂਲਤਾਂ ਦਿੱਤੀਆਂ। ਤੇ ਉਹ ਬੰਦਾ ਬੜਾ ਸ਼ਰਮਿੰਦਾ ਹੋਇਆ, ਉਸ ਬਜ਼ੁਰਗ ਦੇ ਕੋਲ ਗਿਆ ਤੇ ਉਹਨੂੰ ਜਾ ਕੇ ਆਂਦਾ ਕਿ ਅੱਲਾ ਦੇ ਨੇਕ ਬੰਦਿਆ ਤੂੰ ਸਹੀ ਆਂਦਾ ਸੀ। ਮੈਂ ਸਮਝਦਾ ਹਾਂ ਕਿ ਉਹਰੇ ਮੇਰੇ ਤੋਂ ਬਗੈਰ ਘਰ ਨਹੀਂ ਚੱਲਣਾ। ਮੈਂ ਘਰ ਦੀ ਕਫਾਲਤ ਪਿਆ ਕਰਨਾ ਤੇ ਉਹਰੇ ਅੱਲਾ ਮੇਰੀ ਵਜ੍ਹਾ ਤੋਂ ਹੀ ਦਿੰਦਾ ਪਿਆ, ਸਾਰਾ ਨਿਜ਼ਾਮ ਚਲਾਉਂਦਾ ਪਿਆ ਘਰ ਦਾ। ਲੇਕਿਨ ਉਸ ਮਾਲਕ ਨੇ ਕਾਇਨਾਤ ਬਣਾਈ, ਇਹ ਉਹਨੇ ਹੀ ਨਿਜ਼ਾਮ ਚਲਾਣਾ। ਸੋ ਮੇਰਾ ਭਾਈ, ਜਿਹੜਾ ਭਾਈ ਕੋ ਕਮਾਊ ਨਾ ਘਰ ਦੇ ਵਿੱਚ, ਕੋ ਬਾਹਰ ਗਿਆ, ਕਿਸੇ ਦਾ ਇੱਥੇ ਕਾਰੋਬਾਰ ਹੈ, ਅੱਲਾ ਦੀ ਜ਼ਾਤ ਨੇ ਉਹਦੇ ਤੇ ਬੋਝ ਪਾਇਆ, ਉਹਦੇ ਤੋਂ ਜ਼ਿੰਮੇਵਾਰੀਆਂ ਪਈਆਂ ਨੇ, ਤੇ ਉਹ ਆਪਣੇ ਆਪ ਨੂੰ ਤੁਰਮ ਖਾਣਾ ਸਮਝੇ। ਉਹ ਇਹ ਨਾ ਸਮਝੇ ਵੀ ਮੇਰੇ ਤੋਂ ਬਗੈਰ ਦੁਨੀਆ ਨਹੀਂ ਚੱਲ ਸਕਦੀ, ਮੇਰੇ ਤੋਂ ਬਗੈਰ ਘਰ ਦਾ ਨਿਜ਼ਾਮ ਨਹੀਂ, ਸਰਕਟ ਨਹੀਂ ਚੱਲਣਾ। ਅੱਲਾ ਨੇ ਤੁਹਾਨੂੰ ਵਸੀਲਾ ਬਣਾਇਆ, ਤੁਸੀਂ ਟੁਰ ਜਾਓਗੇ ਤੇ ਕਿਸੇ ਹੋਰ ਨੂੰ ਵਸੀਲਾ ਬਣਾ ਛੱਡੇਗਾ, ਕਿਉਂਕਿ ਕਾਇਨਾਤ ਉਹਨੇ ਬਣਾਈ ਹੈ, ਇਨਸਾਨ ਉਹਨੇ ਪੈਦਾ ਕੀਤੇ ਨੇ, ਰਿਜ਼ਕ ਵੀ ਉਹਨੇ ਦੇਣਾ। ਤੁਸੀਂ ਨਹੀਂ ਤੇ ਕੋਈ ਹੋਰ ਵਸੀਲਾ ਬਣ ਜਾਏਗਾ, ਮੈਂ ਨਹੀਂ ਤੇ ਕੋਈ ਹੋਰ ਵਸੀਲਾ ਬਣ ਜਾਏਗਾ। ਸੋ ਅਗਰ ਇੰਜ ਦਾ ਕੋਈ ਜ਼ਿਹਨ ਦੇ ਵਿੱਚ ਗੁਮਾਨ ਵਹਿਮੋ ਗੁਮਾਨ ਹੈ ਨਾ, ਤੇ ਉਹਦੇ ਤੋਂ ਤੋਬਾ ਕਰਕੇ ਤੇ ਸ਼ੁਕਰ ਅੱਲਾ ਦਾ ਕਰੋ ਕਿ ਅੱਲਾ ਨੇ ਤੁਹਾਨੂੰ ਵਸੀਲਾ ਬਣਾਇਆ, ਤੁਸੀਂ ਘਰ ਦੀ ਕਫਾਲਤ ਕਰਦੇ ਹੋ ਪਏ। ਇਹ ਬੜੀ ਵੱਡੀ ਗੱਲ ਹੈ। ਬੜੇ ਵੱਡੇ ਲੋਕ ਜਿਹੜੇ ਦੁਨੀਆ ਤੇ ਦਾਵਾ ਕਰਕੇ ਟੁਰ ਗਏ ਕਿ ਮੇਰੇ ਤੋਂ ਬਗੈਰ ਨਿਜ਼ਾਮ ਨਹੀਂ ਚੱਲਦਾ, ਮਿੱਟੀ ਦੇ ਥੱਲੇ ਪਏ ਨੇ, ਮਨਾ ਮੂੰਹ ਉੱਤੇ ਮਿੱਟੀ ਪਈ ਹੈ ਟਰਾਲੀਆਂ ਨਾਲ। ਸੋ ਅੱਲਾ ਦੀ ਜ਼ਾਤ ਦਾ ਸ਼ੁਕਰ ਅਦਾ ਕਰਨਾ ਚਾਹੀਦਾ। ਅਗਰ ਅੱਲਾ ਦੀ ਜ਼ਾਤ ਨੇ ਸਾਨੂੰ ਵਸੀਲਾ ਬਣਾਇਆ, ਅਸੀਂ ਆਪਣੇ ਘਰਦਿਆਂ ਦੀ ਕਫਾਲਤ ਕਰਨੇ ਆ ਪਏ, ਤੇ ਉਸ ਮਾਲਕ ਦਾ ਕਰਮ ਹੈ ਸਾਡੇ ਤੇ।